So good morning students. बच्चे we were doing basic concepts of chemistry and कल ਆਪਾਂ ਨੇ ਉਸ ਦੇ ਵਿੱਚ start ਕੀਤੀਆਂ ਸੀ concentration terms ठीक है ਆਪਾਂ ਨੇ ਕੀਤਾ ਸੀ कि solution has two components solute and solvent जो solute है that is the component which is present in lesser quantity and the solvent is the component which is present in greater quantity फिर ਆਪਾਂ ने ਕੀਤਾ कि ਸੋਲਿਊਟ ਦੀ ਸੋਲਵੈਂਟ ਦੇ ਵਿੱਚ ਜਾਂ ਸੋਲੂਸ਼ਨ ਦੇ ਵਿੱਚ ਕਨਸੈਂਟ੍ਰੇਸ਼ਨ ਕਿੰਨੀ ਕੁ ਹੈ ਠੀਕ ਹੈ ਉਸ ਕਨਸੈਂਟ੍ਰੇਸ਼ਨ ਨੂੰ ਐਕਸਪ੍ਰੈਸ ਕਰਨ ਦੇ ਵੀ ਹੈਵ ਮੈਨੀ ਮੈਥਡਸ ਐਂਡ ਉਸ ਦੇ ਵਿੱਚੋਂ ਤਿੰਨ ਮੈਥਡਸ ਆਪਾਂ ਨੇ ਕੱਲ ਡਿਸਕਸ ਕੀਤੇ ਸੀ ਨੰਬਰ 1 ਵਾਸ ਸਟਰੈਂਥ ਵਾਸ ਕਿ 1 ਲੀਟਰ ਸੋਲੂਸ਼ਨ ਅਗਰ ਟੋਟਲ ਹੈ ਅਗਰ ਸੋਲੂਸ਼ਨ ਦੀ ਟੋਟਲ ਵੋਲਿਊਮ ਇਜ਼ 1 ਲੀਟਰ ਤਾਂ ਉਸ ਦੇ ਵਿੱਚ ਕਿੰਨੇ ਗ੍ਰਾਮਸ ਆਫ ਸੋਲਿਊਟ ਹੈ ਦੈਟ ਵਾਸ ਕਾਲਡ ਸਟਰੈਂਥ ਸੋ ਗ੍ਰਾਮਸ ਪਰ ਲੀਟਰ ਸੈਕੰਡ ਆਪਾਂ ਨੇ ਡਿਸਕਸ ਕੀਤੀ ਸੀ ਪਰਸੈਂਟੇਜ ਕਿ ਅਗਰ ਟੋਟਲ ਸੋਲੂਸ਼ਨ ਦੇ ਆਪਣੇ ਕੋਲ ਲੈਟ ਇਟ ਬੀ 100 ਪਾਰਟਸ ਹੈ ਤਾਂ ਉਸ ਦੇ ਵਿੱਚ ਸੋਲਿਊਟ ਦੇ ਕਿੰਨੇ ਪਾਰਟਸ ਹੈ ਪਰ 100 ਗ੍ਰਾਮਸ ਜਾਂ ਪਰ 100 ml ਸੋਲਿਊਟ ਦਾ ਮਾਸ ਜਾਂ ਵੋਲਿਊਮ ਕਿੰਨਾ ਹੈ ਦੈਟ ਵਾਸ ਕਾਲਡ ਪਰਸੈਂਟੇਜ ਆਪਣੇ ਕੋਲ ਪਰਸੈਂਟੇਜ ਵਾਸ ਆਫ 3 ਟਾਈਪਸ ਅਗਰ 100 ਗ੍ਰਾਮ ਸੋਲੂਸ਼ਨ ਚ ਆਪਾਂ ਸੋਲਿਊਟ ਦਾ ਮਾਸ ਦੇਖਾਂਗੇ ਤਾਂ ਦੈਟ ਇਜ਼ ਕਾਲਡ ਮਾਸ ਪਰਸੈਂਟੇਜ ਅਗਰ 100 ml ਸੋਲੂਸ਼ਨ ਚ अगर आप सॉल्यूट दी वॉल्यूम देखांगे तो दैट इज कॉल्ड वॉल्यूम परसेंटेज एंड अगर आप 100 ml सॉल्यूशन दे विच सॉल्यूट दा मास देखांगे दैट इज कॉल्ड मास बाय वॉल्यूम परसेंटेज फाइन फिर आपने बच्चे एंड ते कीता सी पीपीएम ठीक है पीपीएम की सीगा कि अगर टोटल सॉल्यूशन दा अपने कोल 1 मिलियन पार्ट्स ने तो ਉਹਦੇ ਵਿੱਚ ਸੋਲਿਊਟ ਦੇ ਪਾਰਟਸ ਕਿੰਨੇ ਆ ਸੋ ਨੰਬਰ ਆਫ ਪਾਰਟਸ ਆਫ ਸੋਲਿਊਟ ਪਰ 1 ਮਿਲੀਅਨ ਪਾਰਟਸ ਆਫ ਦ ਸੋਲੂਸ਼ਨ ਅਗਰ ਟੋਟਲ ਸੋਲੂਸ਼ਨ ਤੁਹਾਡੇ ਕੋਲ 1 ਮਿਲੀਅਨ ਗ੍ਰਾਮਸ ਹੈਗਾ ਤਾਂ ਉਹਦੇ ਵਿੱਚ ਸੋਲਿਊਟ ਦਾ ਮਾਸ ਕਿੰਨਾ ਹੈ ਦੈਟ ਇਜ਼ ਕਾਲਡ ppm ਆਫ ਸੋਲਿਊਟ ਠੀਕ ਹੈ ਤੇ ਆਪਾਂ ਨੇ ਵੀ ਕਿਹਾ ਸੀ ਕਿ ਸੋਲਿਊਟ ਦੀ ਕਨਸੈਂਟ੍ਰੇਸ਼ਨ ਜਾਂ ਸੋਲੂਸ਼ਨ ਦੀ ਕਨਸੈਂਟ੍ਰੇਸ਼ਨ ਨੂੰ ਆਪਾਂ ppm ਚ ਉਦੋਂ ਰਿਪਰੈਜ਼ੈਂਟ ਕਰਦੇ ਹਾਂ ਜਦੋਂ ਸੋਲਿਊਟ ਇਜ਼ ਪ੍ਰੈਜ਼ੈਂਟ ਇਨ ਵੈਰੀ ਟ੍ਰੇਸ ਅਮਾਉਂਟਸ ਬਹੁਤ ਘੱਟ ਅਮਾਉਂਟ ਚ ਸੋਲਿਊਟ ਪ੍ਰੈਜ਼ੈਂਟ ਹੁੰਦਾ ਹੈ then we use the term ppm clear now ਅੱਜ ਆਪਾਂ ਨੈਕਸਟ ਕਨਸੈਂਟ੍ਰੇਸ਼ਨ ਟਰਮ ਸਟਾਰਟ ਕਰਨੀ ਹੈ ਠੀਕ ਹੈ ਤੇ ਹੁਣ ਜਿਹੜੀਆਂ ਆਪਾਂ ਸਟਾਰਟ ਕਰਨੀ ਹੈ these are your major concentration terms ਠੀਕ ਹੈ ਜਿਨ੍ਹਾਂ ਵਿੱਚ ਬੱਚਿਆਂ ਨੂੰ often problems ਆਉਂਦੀਆਂ ਨੇ the mantra remains the same the trick remains the same ਕਿ ਬੱਚੇ ਆਪਾਂ ਨੂੰ ਡੈਫੀਨੇਸ਼ਨ ਵੈਰੀ ਕਲੀਅਰਲੀ ਆਣੀ ਚਾਹੀਦੀ ਹੈ ਐਂਡ ਦੈਨ ਦ ਫਾਰਮੂਲਾ ਠੀਕ ਹੈ ਪਹਿਲਾਂ ਆਪਾਂ ਹਲੇ ਕਨਸੈਂਟ੍ਰੇਸ਼ਨ ਟਰਮਸ ਕਰ ਰਹੇ ਹਾਂ ਇਸ ਤੋਂ ਬਾਅਦ ਆਪਾਂ ਇਹਨਾਂ ਦੀਆਂ ਕਨਵਰਜਨਸ ਵੀ ਕਰਨੀਆਂ ਠੀਕ ਹੈ ਨਾ ਕਿ ਸਪੋਜ਼ ਅਗਰ ਤੁਹਾਨੂੰ ਪਰਸੈਂਟੇਜ ਦਿੱਤੀ ਹੈ ਤੁਸੀਂ ਮੋਲ ਫ੍ਰੈਕਸ਼ਨ ਕੱਢਣੀ ਹੈ ਪਰਸੈਂਟੇਜ ਦਿੱਤੀ ਹੈ ਮੋਲੈਲਿਟੀ ਕੱਢਣੀ ਹੈ ਐਂਡ ਸੋ ਔਨ ਪਰਸੈਂਟੇਜ ਦਿੱਤੀ ਹੈ ppm ਕੱਢਣੀ ਹੈ ਐਂਡ ਸੋ ਔਨ ਕਲੀਅਰ ਸੋ जो आज ਆਪਾਂ फर्स्ट टर्म डिस्कस करन जा रहे हैं बच्चे दैट इज कॉल्ड मोल फ्रैक्शन ठीक है सो आज ਆਪਾਂ ਪਹਿਲਾਂ मोल फ्रैक्शन डिस्कस करन जा रहे हैं so the term that is to be discussed today first is मोल फ्रैक्शन which is denoted by x ਹੁਣ ਦੇਖੋ ਖੁਦ ਬੋਲ ਰਿਹਾ ਹੈ मोल फ्रैक्शन ਜਿਵੇਂ परसेंटेज ਹੁੰਦੀ ਹੈ ਆਊਟ ਆਫ 100 ਹਾਂਜੀ ਪਹਿਲਾਂ ਤੁਸੀਂ ਦੱਸੋ फ्रैक्शन किन्ने चो हुंदी है हमेशा जिद्दां परसेंटेज इज आउट ऑफ 100 ppm इज आउट ऑफ 1 मिलियन फ्रैक्शन हमेशा किन्ने चो हुंदी है हां जी फ्रैक्शन इज ऑलवेज आउट ऑफ 1 टोटल फ्रैक्शन बच्चे हमेशा 1 हुंदी है इधर देखो लेट इट बी चलो वैसे ही एक सिंपल एग्जांपल है कि लेट इट बी आई हैव 10 टॉफीज ठीक है और 10 टॉफीज जो मैं कुछ टॉफीज बॉयज ਨੂੰ डिस्ट्रीब्यूट करतीਆਂ कुछ गर्ल्स ਨੂੰ डिस्ट्रीब्यूट करतीਆਂ एंड कुछ मैं खुद टीचर ने अपने पास रख लिया ठीक है लेट इट बी टू बॉयज आई गिव 5 टॉफीज clear let it be to girls I gave 4 टॉफीज and I kept 1 टॉफी with me fine I hope this is well and fine ठीक है so boys ਦਾ ਹਿੱਸਾ ਬੱਚੇ ਹਾਂਜੀ ਫ੍ਰੈਕਸ਼ਨ ਨੂੰ ਪੰਜਾਬੀ ਚ ਕੀ ਵਰਡ ਯੂਜ਼ ਕਰਦੇ ਆਪਾਂ ਹਿੱਸਾ ਠੀਕ ਹੈ ਕਿ ਆਪਣਾ ਹਿੱਸਾ ਕਿੰਨਾ ਹੈ ਆਪਣੀ ਫ੍ਰੈਕਸ਼ਨ ਕਿੰਨੀ ਹੈ ਸੋ ਜੋ boys ਨੂੰ ਮੈਂ 5 ਟੌਫੀਜ਼ ਦਿੱਤੀਆਂ ਸੋ boys ਦਾ ਹਿੱਸਾ ਕਿੰਨਾ ਬਣਿਆ 5/10 is equal to 1/2 clear
गर्ल्स का हिस्सा बनेगा बच्चे 4/10 इज इक्वल टू 2/5 ते टीचर का हिस्सा बनेगा 1/10 क्लियर ये तीन हिस्से बन गए सो टोटल मेरे को कितना होया सो देखो 1/2 प्लस 2/5 प्लस 1/10 इज इक्वल टू सो एलसीएम आ गया बच्चे 10 डिवाइड बाय 2 इज 5 plus 10 divided by 5 is 2 so 4 plus 1 so 10 by 10 is equal to 1 done so बच्चे ਜਿਹੜੀ ਟੋਟਲ ਹੁੰਦੀ ਹੈ ਫ੍ਰੈਕਸ਼ਨ ਉਹ ਹਮੇਸ਼ਾ 1 ਹੁੰਦੀ ਹੈ ਇਹ ਮੈਂ ਤੁਹਾਨੂੰ ਤਾਂ ਦੱਸ ਰਿਹਾ ਕਿਉਂਕਿ ਬਾਅਦ ਵਿੱਚ ਆਪਾਂ ਨੂੰ ਨਿਊਮੈਰੀਕਲਸ ਵੇਲੇ ਅਸਿਊਮ ਕਰਨੀਆਂ ਪੈਣਗੀਆਂ ਵੈਲਿਊਜ਼ ਜਿੱਦਾਂ ਹੁਣ ਮੈਂ ਤੁਹਾਨੂੰ ਕਹਾਂ ਕਿ ਜਿੱਦਾਂ ਆਪਾਂ ਪਰਸੈਂਟੇਜ ਦੀ ਗੱਲ ਕਰਦੇ ਆ ਆਪਾਂ ਟੋਟਲ ਕਿੰਨਾ ਅਸਿਊਮ ਕਰਦੇ ਆ ਹਮੇਸ਼ਾ 100 ਜਦੋਂ ਆਪਾਂ ਪਰਸੈਂਟੇਜ ਦੀ ਗੱਲ ਕਰੀਏ ਤਾਂ ਬਈ ਅਸਿਊਮ ਦ ਟੋਟਲ ਟੂ ਬੀ ਆਲਵੇਜ਼ 100 100 ਐਦਾਂ ਹੀ ਜਦੋਂ ਆਪਣੀ ਫ੍ਰੈਕਸ਼ਨ ਦੀ ਗੱਲ ਹੋਊਗੀ ਤਾਂ ਆਪਾਂ ਟੋਟਲ ਕਿੰਨਾ ਅਸਿਊਮ ਕਰਾਂਗੇ ਹਮੇਸ਼ਾ 1 ਕਲੀਅਰ ਸੋ ਦਿਸ ਇਜ਼ ਅਬਾਊਟ ਮੋਲ ਫ੍ਰੈਕਸ਼ਨ ਨਾਓ ਹੁਣ ਇਹ ਤਾਂ ਚਲੋ ਫ੍ਰੈਕਸ਼ਨ ਦੀ ਗੱਲ ਹੋਈ ਕਿ ਫ੍ਰੈਕਸ਼ਨ ਕੀ ਹੁੰਦੀ ਹੈ ਹਮੇਸ਼ਾ ਆਊਟ ਆਫ 1 ਤੇ ਨਾਲ ਵਰਡ ਕੀ ਮੈਂਸ਼ਨ ਕਰ ਬੱਚੇ ਮੋਲ ਫ੍ਰੈਕਸ਼ਨ ਸੋ ਕੱਲ ਆਪਾਂ ਨੇ ਜਿਵੇਂ ਪਰਸੈਂਟੇਜ ਕੀਤੀ ਕਿ ਅਗਰ ਮਾਸ ਪਰਸੈਂਟੇਜ ਦੀ ਗੱਲ ਹੋ ਰਹੀ ਹੈ ਤਾਂ ਮਾਸ ਦੇ ਵਿੱਚੋਂ ਟੋਟਲ ਮਾਸ ਦੇ ਵਿੱਚੋਂ ਅਗਰ ਵੋਲਿਊਮ ਦੀ ਗੱਲ ਹੋ ਰਹੀ ਹੈ ਤਾਂ ਟੋਟਲ ਵੋਲਿਊਮ ਚੋਂ 100 ml ਚੋਂ ਕਿੰਨੀ ਵੋਲਿਊਮ ਹੈ ਅਗਰ ਮਾਸ ਬਾਈ ਵੋਲਿਊਮ ਹੋ ਰਹੀ ਹੈ ਤਾਂ ਵੋਲਿਊਮ ਚ ਮਾਸ ਕਿੰਨਾ ਹੈ ਤਾਂ ਹੁਣ ਬੱਚੇ ਮੋਲ ਦੀ ਗੱਲ ਹੋ ਰਹੀ ਹੈ ਮੋਲ ਫ੍ਰੈਕਸ਼ਨ ਅਗਰ ਆਪਣੇ ਕੋਲ ਟੋਟਲ ਮੋਲ 1 ਹੈ ਤਾਂ ਉਹਦੇ ਵਿੱਚੋਂ ਮੇਰਾ ਹਿੱਸਾ ਕਿੰਨਾ ਹੈ that is mole fraction so it is the ratio of so mole fraction की है it is the ratio of number of moles of solute to the ਆਪਾਂ ਸੋਲਿਊਟ ਦੀ ਬਜਾਏ ਇੱਕ ਵਾਰ ਕੰਪੋਨੈਂਟ ਮੈਂਸ਼ਨ ਕਰ ਲੈਣੇ ਕਿਉਂਕਿ ਆਪਾਂ ਮੋਲ ਫ੍ਰੈਕਸ਼ਨ ਦਾ ਸੋਲਵੈਂਟ ਦੀ ਵੀ ਕੱਢ ਸਕਦੇ ਹਾਂ it is the ratio of number of moles of a component to the total number of moles in the solution so ratio of total moles ratio of moles of substance to the total moles in the mixture so let moles of A is equal to Na moles of B is equal to Mb ठीक है then mole fraction of A जिसमें ਆਪਾਂ ਕਹਾਂਗੇ XA X stands for mole fraction the mole fraction of A is equal to so A the moles upon total moles clear similarly mole fraction of B XB is equal to B the moles upon total moles fine बच्चे ठीक है ना सो टोटल मोल्स ਦੇ ਵਿੱਚੋਂ ਮੇਰੇ ਮੋਲਸ ਕਿੰਨੇ ਹੈ ਠੀਕ ਹੈ ਨਾ ਯਾਨੀ ਕਿ ਟੋਟਲ ਫ੍ਰੈਕਸ਼ਨ ਚੋਂ ਟੋਟਲ ਇੱਕ ਚੋਂ ਮੇਰੀ ਫ੍ਰੈਕਸ਼ਨ ਕਿੰਨੀ ਹੈ that is the fraction ਹੈ ਨਾ ਤਾਂ ਇਦਾਂ ਹੀ ਟੋਟਲ ਮੋਲਸ ਚੋਂ ਇੱਕ ਪਾਰਟਿਕੂਲਰ ਕੰਪੋਨੈਂਟ ਦੇ ਮੋਲਸ ਕਿੰਨੇ ਹੈ that is the mole fraction ਠੀਕ ਹੈ ਕਲੀਅਰ ਬੱਚੇ ਨਾਓ ਤੇ ਟੋਟਲ ਹਮੇਸ਼ਾ ਕਿੰਨਾ ਹੋਊਗਾ 1 ਹੁਣ ਤੁਸੀਂ ਇੱਥੋਂ ਮੋਲ ਫ੍ਰੈਕਸ਼ਨ ਆਫ ਸੋਲਵੈਂਟ ਕੱਢ ਲਈ मोल फ्रैक्शन ऑफ सोल्यूट काट ली ठीक है द XA प्लस XB दोनों ਨੂੰ ਐਡ ਕਰਾਂਗੇ ਤਾਂ ਹਮੇਸ਼ਾ ਕਿੰਨਾ ਆਏਗਾ 1 ਜਿੰਨੇ ਮਰਜ਼ੀ ਕੰਪੋਨੈਂਟ ਹੋਣ ਸਪੋਜ਼ ਇੱਕ ਸੋਲੂਸ਼ਨ ਦੇ ਵਿੱਚ ਦੋ ਤੋਂ ਜ਼ਿਆਦਾ ਕੰਪੋਨੈਂਟਸ ਹੈ A B C D E F ਜਿੰਨੇ ਮਰਜ਼ੀ ਹੈ ਨਾ ਤਾਂ ਆਪਾਂ ਕੀ ਲਿਖਾਂਗੇ the sum of the mole fractions the sum of the mole fractions of all the components is always
1। सो सारे कंपोनेंट्स दी मोल फ्रैक्शन दा सम हमेशा कितना आएगा बच्चे 1, ठीक है, ऑलवेज 1। सो लेट इट बी कि अपने को बहुत सारे कंपोनेंट्स है एक सॉल्यूशन ए दी मोल फ्रैक्शन प्लस बी दी मोल फ्रैक्शन प्लस सी दी मोल फ्रैक्शन एंड सो ऑन प्लस एंड ते एन दी मोल फ्रैक्शन, है ना, मतलब लेट इट बी एन कंपोनेंट्स है बहुत ज्यादा, एक हमेशा कितनी आएगी टोटल 1, ठीक है। सो दिस इज अबाउट मोल फ्रैक्शन बच्चे, क्लियर है कि नहीं, ठीक है, कि अपने को जिन्ने भी कंपोनेंट्स है उन्हां सब ਦੀਆਂ मोल फ्रैक्शंस ਨੂੰ ऐड करांगे तो 1 आएगा ਤੇ किसी भी कंपोनेंट ਦੀ मोल फ्रैक्शन ਆਪਾਂ ਕਿੱਦਾਂ कैलकुलेट करनी है, ਉਹਦੇ ਆਪ ਦੇ मोल्स बटा सारे कंपोनेंट्स दे टोटल मोल्स, ठीक है। एक एग्जांपल करवाना सुनो, सो देखो देखो बच्चे एक एग्जांपल के तौर पे देखो ਆਪਾਂ ਨੂੰ सपोज क्वेश्चन आ रहा है। So the question is 80 grams of NaOH is dissolved in 90 grams of water. Fine. 80 grams of NaOH is dissolved in 90 grams of water. Calculate the mole fraction of NaOH and water. So दोनों दी मोल फ्रैक्शन कैलकुलेट करो, दिस इज योर क्वेश्चन, ठीक है। हुन बच्चे देखो, सो वी आर गिवन मास ऑफ वाटर इज इक्वल टू 90 grams। सो सॉल्वेंट दा मास कितना दिता होया अपन ਨੂੰ 90 grams, ठीक है। मास ऑफ NaOH अपन दिता होया 80 grams। बच्चे इस क्वेश्चन च कॉमन गलती है बच्चों की, बच्चे की गलती करते हैं कि 90 ਤੇ 80 ਨੂੰ ਹੀ ਟੋਟਲ ਬਣਾ ਕੇ, ਜਿਵੇਂ ਕਿ ਸਪੋਜ਼ ਮੋਲ ਫ੍ਰੈਕਸ਼ਨ ਆਫ NaOH ਕੱਢਣੀ ਹੈ ਤਾਂ 80 upon 90 plus 80 ਕਰ ਦਿੰਦੇ ਨੇ, ਤੇ ਇਹ ਤਾਂ ਬੱਚੇ ਮਾਸ ਹੈ, ਮੇਰੀ ਗੱਲ ਸਮਝ ਆਈ ਨਾ, ਇਹ ਤਾਂ ਮਾਸ ਹੈ, ਆਪਾਂ ਮੋਲਸ ਦੀ ਫ੍ਰੈਕਸ਼ਨ ਕੱਢਣੀ ਹੈ। ਸੋ ਪਹਿਲਾਂ ਆਪਾਂ ਨੇ ਮਾਸ ਤੋਂ ਮੋਲਸ ਬਣਾਉਣੇ ਹੋਣਗੇ। ਸੋ Na given mass upon water ਦਾ molar mass is equal to 5, Nb given mass upon NaOH का molar mass is equal to 2। so number of moles आ गए दोनों दे, clear। हुन मोल फ्रैक्शन करनी है, easy। so XA is equal to A दे moles upon total moles। so कितना आ गया बच्चे 5/7, ठीक है ना। now XB इसनु कड्डण दे हुन अपने कोल दो तरीके है, या तो ऊपर वाला फार्मूला लगा दो ਇਹਦੇ खुद ਦੇ मोल्स अपॉन टोटल मोल्स। सो कितना आ जाएगा 2/7, या ਆਪਾਂ 1 जो मोल्स ਨੂੰ माइनस कर दो क्योंकि टोटल तो 1 ही आऊगा। सो ਆਪਾਂ ਕੀ ਲਿਖਾਂਗੇ 1 minus XA, ਆਪਾਂ ਲਿਖ रहे हैं ना कि XA plus XB is equal to 1। so XB is equal to 1 minus XA, कितना हो गया 1 minus 5/7 is equal to 2/7, ठीक है। सो जितना मर्जी कर लो, ठीक है। सो दिस इज हाउ टू कैलकुलेट द मोल फ्रैक्शन फ्रॉम मासेस, क्लियर है बच्चे। पहला मास ਨੂੰ ਆਪਾਂ ਮੋਲਰ ਮਾਸ ਨਾਲ ਡਿਵਾਈਡ ਕਰਕੇ ਮੋਲਸ ਬਣਾ ਲੇ, ਫਿਰ ਇੱਕ ਕੰਪੋਨੈਂਟ ਦੇ ਮੋਲਸ ਨੂੰ ਟੋਟਲ ਮੋਲਸ ਨਾਲ ਡਿਵਾਈਡ ਕਰਕੇ ਆਪਾਂ ਨੇ ਮੋਲ ਫ੍ਰੈਕਸ਼ਨ ਕੈਲਕੂਲੇਟ ਕਰ ਲਈ। Another common type of question जो इस पार्ट चो आंदा है वो कितना आंदा देखो। So this is the most जेड़ा हम अपन नेक्स्ट कर रहे हैं, this is the most common kind of question जो अपन मोल फ्रैक्शन चो पूछा जाता है। So देखो बच्चे, the question is a solution of benzene
and toluene has a solution of benzene and toluene has 30% benzene, full stop. ठीक है, सो एक सॉल्यूशन है बेंजीन ते टोलुइन दा जिदे विच 30% बेंजीन है. कैलकुलेट द मोल फ्रैक्शन ऑफ बेंजीन. सो अपन इथे बेंजीन दी मोल फ्रैक्शन कैलकुलेट करनी है बच्चे. नाउ हुण आपां इथे की करांगे, आपां नूं देखो मासेस नहीं दिते बट आपां नूं परसेंटेज मास दिता होया है ना. सो लेट टोटल मास इज इक्वल टू 100 ग्राम्स. सो बच्चे ये चीज हुण ध्यान च रखनी है, समझ गए ना कि जब आपां नूं परसेंटेज दित्ती है आपां टोटल 100 एज्यूम करना है, तो जब आपां नूं मोल फ्रैक्शन दित्ती होगी आपां टोटल 1 एज्यूम करांगे. डन. नाउ मैं उधर का क्वेश्चन भी करवाऊंगा सबको. Let total mass is equal to 100 grams. This implies mass of benzene 30 grams and mass of toluene कितना बच गया बच्चे. टोटल अगर 100 सी, अगर बेंजीन 30 है तो टोलुइन होगी 70. क्लियर. नाउ अपने पास मास आ गया दोनों का. हुण आपां दोनों का की फाइंड आउट करांगे. नंबर ऑफ मोल्स. सो नंबर ऑफ मोल्स ऑफ बेंजीन गिवन मास अपॉन बेंजीन दा मोलर मास. बच्चे बेंजीन दा फार्मूला की हुंदा है C6H6. सो देखो एक बार चाहे नाल नाल लिख लिया करो. बेंजीन इज C6H6 और जो टोलुइन हुंदी है बच्चे आपां बेंजीन दा एक H हटा के ओदी जगह पे लगा देंगे हैं CH3. सो की बन जाता है C7H8. आप उदा भी लिख सकते हैं, है ना. सो ये चीज आ गई मेरे को. नाउ नंबर ऑफ मोल्स, ठीक है, टोलुइन में गिवन मास अपॉन मोलर मास कितों आएगा इथों. सो एक H हट के CH3 ऐड हो गया. ठीक है, सो 92. क्लियर. नंबर ऑफ मोल्स आ गए. ठीक है बच्चे. हुण उस तो बाद आपां की पूछे है कैलकुलेट द मोल फ्रैक्शन ऑफ बेंजीन. सो मोल फ्रैक्शन ऑफ बेंजीन की है उसदे खुद दे मोल्स अपॉन टोटल नंबर ऑफ मोल्स. सो तुसी NB दी वैल्यू भी फाइंड आउट कर चुके हो, NA दी वैल्यू भी फाइंड आउट कर चुके हो. इन्हां दोनों ਨੂੰ ਜਿਹੜੀ भी वैल्यू आ जाएगी या ऐदा ही फ्रैक्शन दी फॉर्म च वैल्यूज पुट करो ते आंसर कैलकुलेट करो. क्लियर. अगर आपां नूं टोलुइन दी मोल फ्रैक्शन भी गिवन है फिर आपां की करांगे, फिर जो भी इत्थे वैल्यू आ गई इनू 1 चों माइनस कर दियो. अपने को टोलुइन दी मोल फ्रैक्शन भी कैलकुलेट हो जाएगी बच्चे. क्लियर. नेक्स्ट. सो हुण देखो इसदा उल्टा क्वेश्चन बच्चे. So one is the ulta question. देखो the question says a solution of H2SO4 in water has a solution of H2SO4 in water has mole fraction of H2SO4 is equal to 0.2. सो बच्चे देखो टोटल मोल फ्रैक्शन तो हमेशा 1 होती है तो एक कंपोनेंट दी हमेशा 1 तो घट ही आऊगी. समझ गए ना. सो 0.2. कैलकुलेट the percentage by mass of H2SO4 in it. सो उस दे विच H2SO4 दी परसेंटेज कैलकुलेट करो. समझ आ गई गल. हुण आपां नूं मोल फ्रैक्शन दित्ती है ते आपां नूं परसेंटेज पूछी है. ठीक है. हुण देखो बच्चे जो मोल फ्रैक्शन पूछी है दित्ती है सॉरी तो आपां टोटल मोल्स कितने अज्यूम करांगे 1.
सो आप की कहेंगे लेट टोटल मोल्स इज इक्वल टू 1. दिस इंप्लाइज सॉल्यूट दे मोल्स कितने हुए बच्चे 0.2. बच्चे समझ आई गल कि नहीं? जिवें परसेंटेज आप 100 एज्यूम करके ओना मास ले लेने हुंदे हैं, ये मोल फ्रैक्शन दित्ती है तो टोटल मोल्स एक एज्यूम करके मैं H2SO4 दे मोल्स ले ले 0.2. बचे हुए मोल्स किस दे रह गए? Na सॉल्वेंट अगर मेंशनड नहीं है तो केड़ा हुंदा है हमेशा पानी, तो उसके मोल्स हो गए 0.8. बच्चे समझ आई गल के नहीं? क्लियर है हुणे है चीज? H2SO4 दे मोल्स ले ले मैं 0.2, बचे हुए पानी दे कितने रह गए 0.8. देखो टोटल कितना हो गया 0.2 प्लस 0.8 इज इक्वल टू 1. तुसी कैलकुलेट करके देख लो मोल फ्रैक्शन एनी वैल्यू होगी दिस अपॉन टोटल कितना आ जाएगा 0.2. ठीक है ना? सो ਜਦੋਂ ਆਪਾਂ ਨੂੰ ਮੋਲ ਫ੍ਰੈਕਸ਼ਨ ਦਿੱਤੀ ਹੈ ਤਾਂ ਆਪਾਂ ਨੂੰ ਟੋਟਲ ਮੋਲਸ ਅਸਿਊਮ ਕਰਨੇ ਆ 1 ਤੇ ਮੋਲਸ ਨਿਕਲੇ ਆਪਾਂ ਨੂੰ ਪੁੱਛਿਆ ਕੀ ਹੈ ਹੁਣ परसेंटेज बाय मास, तो ਉਹਦੇ ਲਈ ਆਪਾਂ ਨੂੰ ਮਾਸ ਚਾਹੀਦਾ ਉਹਨਾਂ ਦਾ. ਤਾਂ ਪਹਿਲਾਂ ਮੈਂ ਕੈਲਕੂਲੇਟ ਕਰੂੰਗਾ WB. ਹਾਂਜੀ, mass of H2SO4, number of moles into molar mass. बच्चे समझते हो ना? देखो नंबर ऑफ मोल्स की होंगे ने गिवन मास अपॉन मोलर मास. तो गिवन मास की हो गया नंबर ऑफ मोल्स इनटू मोलर मास. सो नंबर ऑफ मोल्स इनटू मोलर मास. ठीक है? सो कितना आएगा मेरे को 98 का डबल कितना होता है 196. ठीक है? सो ये आ गया 19.6 ग्राम्स. क्लियर? ठीक है? उन मैं कैलकुलेट करूंगा WA. So WA mass of water उसके moles into the molar mass ये आ जाएगा 14.4 grams. अपन पूछा कि यार percentage of H2SO4. So percentage of H2SO4 उसका खुद का mass upon total mass into 100. So उसका खुद का मास कितना है 19.6 अपॉन टोटल मास कितना है बच्चे 14.4 प्लस 19.6 into 100. क्लियर नाउ? बच्चे समझ आई गल? सो ਆਪਾਂ ਪਹਿਲਾਂ परसेंटेज तो मोल फ्रैक्शन ਕੱਢ ਲਈ ਸੀ, ਹੁਣ ਆਪਾਂ मोल फ्रैक्शन तो परसेंटेज ਕੱਢ ਲਈ. इदा ही इंटर कन्वर्जन आनगियां. ठीक है ना? सो इसे करके मैं सानू कहना कि अपन डेफिनेशन शुड बी वेरी क्लियर. ठीक है ना? फॉर्मूलाज में अप्लाई किदा करना है. सो जिथे ही परसेंटेज आ गई टोटल एज्यूम करना है 100, जिथे ही मोल फ्रैक्शन आ गई टोटल एज्यूम करना है 1. क्लियर? H2SO4 दी मोल फ्रैक्शन अपन गिवन सी, अपन 0.2 ले ले मोल्स. ठीक है? बचे हुए मोल्स किधर रह गए सॉल्वेंट दे. क्लियर बच्चे? So this is how to convert mole fraction into percentage. ठीक है? हुन अपन मूव करने हैं अपनी नेक्स्ट कंसंट्रेशन टर्म पे. So जो नेक्स्ट कंसंट्रेशन टर्म अपन ने डिस्कस करनी है दैट इज मोलैरिटी. ठीक है? वेरी 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 इंपॉर्टेंट. मोल फ्रैक्शन इज आल्सो वेरी इंपॉर्टेंट. ठीक है? हुन अपन सेकंड इंपॉर्टेंट कंसंट्रेशन टर्म डिस्कस कर रहे हैं. ठीक है? दैट इज कॉल्ड मोलैरिटी. So that is called molarity, denoted by capital M. This is the most common concentration term जो आप केमिस्ट्री च यूज करते हैं. ठीक है ना? केमिस्ट्री च अपन जो भी concentration पूछी जाती है अपन molarity ही यूज करते हैं. Most commonly used. ठीक है? So this is the most common concentration term used in chemistry. ठीक है? अच्छा बच्चे हम मोलैरिटी पहला हुंदी की है. ठीक है? कि what do you mean by molarity? So again definition very important. It is the number of moles of solute
It is the number of moles of solute per liter of solution. So ਇੱਕ ਤਰ੍ਹਾਂ ਦਾ ਮੈਂ ਇਹ ਵੀ ਕਹਿ ਸਕਦਾ ਕਿ ਜਿੱਦਾਂ ਆਪਾਂ ਨੇ ਕੱਲ ਸਟਰੈਂਥ ਕੀਤੀ ਸੀ ਕਿ 1 ਲੀਟਰ ਸੋਲੂਸ਼ਨ ਚ ਸੋਲੂਟ ਦਾ ਮਾਸ ਕਿੰਨਾ ਹੈ, ਉਸ ਮਾਸ ਨੂੰ ਤੁਸੀਂ ਮੋਲਰ ਮਾਸ ਨਾਲ ਡਿਵਾਈਡ ਕਰ ਦਿਓ, ਕੀ ਆ ਜਾਣਗੇ ਮੋਲਸ, ਤਾਂ ਉਹ ਕੀ ਹੋ ਜਾਊਗਾ ਕਿ 1 ਲੀਟਰ ਚ ਸੋਲੂਟ ਦੇ ਮੋਲਸ ਕਿੰਨੇ ਆ, ਤਾਂ ਮੋਲੈਰਿਟੀ ਆ ਜਾਊਗੀ। ਯੂ ਗੈਟਿੰਗ ਅ ਪੁਆਇੰਟ? ਸੋ ਮੈਂ ਤੁਹਾਨੂੰ ਕੱਲ ਕੀ ਕਿਹਾ ਸੀ ਬੱਚੇ ਕਿ these are different ways to express the concentration। ਸਟਰੈਂਥ ਕੀ ਸੀ, ਪਰ ਲੀਟਰ ਸੋਲੂਸ਼ਨ ਚ ਸੋਲੂਟ ਦਾ ਮਾਸ ਕਿੰਨਾ ਹੈ, ਇਹ ਕੀ ਹੈ ਪਰ ਲੀਟਰ ਸੋਲੂਸ਼ਨ ਚ ਸੋਲੂਟ ਦੇ ਮੋਲਸ ਕਿੰਨੇ ਹੈ, ਠੀਕ ਹੈ ਨਾ। ਸੋ ਲਾਈਕ ਫॉर एग्जांपल, ਅੱਛਾ ਪਹਿਲਾਂ ਆਪਾਂ ਫਾਰਮੂਲਾ, ਠੀਕ ਹੈ। ਸੋ ਮੋਲੈਰਿਟੀ ਦਾ ਫਾਰਮੂਲਾ ਬੱਚੇ, ਮੋਲੈਰਿਟੀ ਇਜ਼ ਇਕੁਅਲ ਟੂ ਨੰਬਰ ਆਫ ਮੋਲਸ ਆਫ ਸੋਲੂਟ अपॉन वॉल्यूम ऑफ सॉल्यूशन इन लीटर्स। तो आंसर की बन जाएगा नंबर ऑफ मोल्स पर लीटर, है ना। सो वेयर NB इज इक्वल टू, वेयर NB इज नंबर ऑफ मोल्स ऑफ solute and V is volume of solution in liters बच्चे, ठीक है। where V is volume of solution in liters। I hope this is fine, ठीक है। now इसी मोलैरिटी के फॉर्मूले ਨੂੰ मैं ਇਦਾਂ भी लिख सकता है, M is equal to number of moles into 1000 upon V। अगर मैंने V ਦਿੱਤੀ है बच्चे मिलीलीटर्स ਚ, ਗੱਲ ਸਮਝ ਗਏ ਨਾ। देखो ये वॉल्यूम लीटर च है, अगर मैंने ml च ਦਿੱਤੀ ਹੋਊਗੀ ਤਾਂ ਮੈਨੂੰ 1000 ਨਾਲ ਡਿਵਾਈਡ ਕਰ ਦੂੰ, 1000 ਉੱਪਰ ਚੱਲ ਜੂ ਤੇ ਫਾਰਮੂਲਾ ਇਹ ਬਣ ਜੂਗਾ। ਕਲੀਅਰ? ਹੁਣ ਮੈਂ MB ਨੂੰ ਵੀ ਐਕਸਪੈਂਡ ਕਰ ਦਿੰਦਾ ਹੈ। ਸੋ ਮੇਰਾ ਕੰਪਲੀਟ ਫਾਰਮੂਲਾ ਕੀ ਬਣ ਗਿਆ, ਮੋਲੈਰਿਟੀ ਇਜ਼ ਇਕੁਅਲ ਟੂ, ਹਾਂਜੀ ਮੋਲਸ ਦੀ ਜਗ੍ਹਾ ਤੇ ਗਿਵਨ ਮਾਸ ਆਫ ਸੋਲੂਟ ਅਪਨ ਮੋਲਰ ਮਾਸ। ਸੋ मैं MB ਦੀ ਜਗ੍ਹਾ ਤੇ ਕੀ ਲਿਖਤਾ, WB upon MB into 1000 upon V। So this is my complete formula of molarity। Clear बच्चे? ठीक है। So this means molarity is equal to given mass of solute upon molar mass of solute into 1000 upon volume of solution in milliliters। So मेरे को 3 formulas हो गए। अगर solute ਦੇ moles ਦਿੱਤੇ ਹੈ ਤੇ volume ਦਿੱਤੀ ਹੈ liters ਦੇ ਵਿੱਚ, ठीक है, ਤਾਂ direct molarity आ गई। अगर सॉल्यूट ਦੇ ਮੋਲਸ ਦਿੱਤੇ ਹੈ ਤੇ ਵੋਲਿਊਮ ਦਿੱਤੀ ਹੈ ਮਿਲੀਲੀਟਰ ਚ, ਤਾਂ ਐਦਾਂ ਆਏਗਾ। ਅਗਰ ਸੋਲੂਟ ਦਾ ਮਾਸ ਦਿੱਤਾ ਹੈ ਤੇ ਵੋਲਿਊਮ ਦਿੱਤੀ ਹੈ ਮਿਲੀਲੀਟਰ ਦੇ ਵਿੱਚ, ਤਾਂ ਐਦਾਂ ਕੈਲਕੂਲੇਟ ਕਰਨਾ ਹੈ। ਕਲੀਅਰ ਆਈ ਹੋਪ? और डन बच्चे। सो दीज आर योर 3 डिफरेंट फार्मूलाज फॉर मोलैरिटी, ठीक है। तीनों का मतलब सेम ही है बच्चे। नाउ सो हुन देखो, सो हम आप अगेन एक दो क्वेश्चंस कर रहे हैं, ठीक है। सो देखो बच्चे, हुन अगर सपोज ਆਪਾਂ ਨੂੰ स्ट्रेंथ ਨੂੰ मोलैरिटी ਚ ਕਨਵਰਟ ਕਰਨਾ ਆਵੇ, है ना। सो देखो क्वेश्चन इज a solution of H2SO4 in water has a strength of, so उसकी strength कितनी है बच्चे, आप कह सकते हैं चलो 49 grams per liter। फाइन, आपने स्ट्रेंथ मेंशन कर दी, ठीक है। कैलकुलेट इट्स मोलैरिटी, ठीक है। सो हम आपने मोलैरिटी बच्चे फाइंड आउट करनी है, ठीक है ना। सो हम देखो स्ट्रेंथ 49 ग्राम्स पर लीटर है, तो दिस इंप्लाइज वॉल्यूम कितनी है 1 लीटर, उतो पता लग रहा है। ते WB सॉल्यूट दा मास कितना है बच्चे 49 ग्राम्स। समझ आ रही है गल? 49 ग्राम्स ऑफ H2SO4 हो गए ना 1 लीटर सॉल्यूशन च, तो सॉल्यूट दा मास कितना हो गया 49। सो मैं इसको फाइंड आउट कर लूंगा सॉल्यूट दे मोल्स, गिवन मास अपॉन H2SO4 दा मोलर मास इज इक्वल टू 0.5, ठीक है।
हुन मैं मोलैरिटी फाइंड आउट करूंगा, नंबर ऑफ मोल्स ऑफ सोल्यूट अपॉन वॉल्यूम। सो 0.5 by 1 is equal to 0.5 मोलैरिटी आ गई बचे। क्लियर? ठीक है ना। मेरे को वॉल्यूम 1 लीटर सी, सोल्यूट का मास 49 ग्राम सी, 49 नु मैं मोलर मास में डिवाइड करके नंबर ऑफ मोल्स फाइंड आउट कर ले, नंबर ऑफ मोल्स बाय वॉल्यूम इज मोलैरिटी एंड आंसर हो गया बच्चे। ठीक है, नेक्स्ट क्वेश्चन देखो। So have a look at the next question, and the question says 20 grams of NaOH were dissolved in water to form 2 liter of solution। ठीक है, what is its molarity? सो उस सॉल्यूशन की बच्चे मोलैरिटी कितनी है? ठीक है, सो कितना NaOH डिसॉल्व किया है? 20 ग्राम्स। क्लियर? हाँ जी, सॉल्यूशन की वॉल्यूम कितनी है? 2 लीटर्स, यानी कि 2000 मिलीलीटर्स। फाइन, फाइंड आउट की करना है बच्चे आपने मोलैरिटी। क्लियर? सो मैं फॉर्मूला लगाया, मोलैरिटी इज इक्वल टू WB अपॉन MB into 1000 अपॉन वॉल्यूम। सो WB 20 ग्राम्स। हाँ जी बच्चे, डिसॉल्व की कितना अपन ने NaOH, जिसका मोलर मास कितना है? 40 ग्राम्स into 1000 बाय V। ठीक है, सो V की वैल्यू कितनी है? 2000। ठीक है, अब हम मिलीलीटर से कन्वर्ट कर लिया उसको। ठीक है, सो ये कट के कितना आ गया देखो 1/2, ए भी कट के कितना आ गया 1/2, 2 into 2 is 4, so 1/4 is equal to 0.25 is the molarity of the solution बच्चे। क्लियर आई होप? फाइन। ठीक है, सो मेरे हिसाब नाल इजी है बच्चे। ठीक है, आई थिंक यू आर फाइंडिंग इट इजी। ठीक है ना, आपने 20 ग्राम्स ऑफ NaOH पानी में डिसॉल्व करके 2 लीटर सॉल्यूशन बना लिया, तो उसकी मोलैरिटी कितनी होगी? सो कितनी होएगी? 0.25। ठीक है, अच्छा बच्चे एक चीज हो जरा ध्यान ना सुनो, मतलब एक कॉमन चीज, वैसे तो इजी है बट मैं सुनो जस्ट वैसे ही समझाना चाह रहे हैं। मतलब एक कॉमन मिस्टेक्स ਹੁੰਦੀ ਹੈ ਜਦੋਂ ਆਪਾਂ ਲੈਬ ਦੇ ਵਿੱਚ ਐਕਸਪੈਰੀਮੈਂਟ ਪਰਫਾਰਮ ਕਰਦੇ ਹਾਂ। ਤੁਸੀਂ ਜ਼ਰਾ ਗੌਰ ਨਾਲ ਸੁਣ ਲਓ। ਸੋ ਦੇਖੋ ਬੱਚੇ, ਲੇਕਿਨ ਵੀ ਮੈਂ ਤੁਹਾਨੂੰ ਉੱਥੇ ਲੈਬ ਦੇ ਵਿੱਚ ਬੋਲ ਰਹੇ ਹਾਂ। ਠੀਕ ਹੈ, prepare। ਸੋ ਦੇਖੋ, let it be, question is how will you prepare 1 liter of 2 molar NaOH solution। सो उन्होंने वॉल्यूम तो मेंशन कर ही दी, ਆਪਾਂ ਨੂੰ ਸਿਰਫ WB ਕੈਲਕੂਲੇਟ ਕਰਨਾ ਹੈ ਕਿ ਕਿੰਨਾ ਸੋਲਿਊਟ ਦਾ ਮਾਸ ਲਈਏ। ਬੱਚੇ ਆਪਾਂ ਇਦਾਂ ਲਿਖਦੇ ਹਾਂ ਸੋਲੂਸ਼ਨ ਦੀ ਸਟਰੈਂਥ ਨੂੰ, ਜਦੋਂ ਆਪਾਂ ਨੇ ਲਿਖਣਾ ਨਾ ਕਿਸੇ ਦੀ ਮੋਲੈਰਿਟੀ 2 ਹੈ ਤਾਂ ਆਪਾਂ ਲਿਖਦੇ ਹਾਂ 2 ਮੋਲਰ NaOH। ਠੀਕ ਹੈ, ਹੁਣ ਦੇਖੋ, ਸੋ ਪਹਿਲਾਂ ਮੈਂ ਦੇਖੋ ਬੱਚੇ, ਹੁਣ मैं सब लैब के अकॉर्डिंग करवा रहे हैं, तो आप देखो जी कॉमन मिस्टेक है बच्चों की, बच्चे की करते हैं ऑफ कोर्स एक 1 लीटर का मेजरिंग सिलेंडर लेंगे। ठीक है, एक 1 लीटर का सिलेंडर कह लो या बीकर जो भी है ना, वो बच्चे ने लिया। सो पहला बच्चे कैलकुलेट करते हैं कि कितना NaOH लईए ਆਪਾਂ, है ना। सो देखो मोलैरिटी इज इक्वल टू WB अपॉन MB into 1000 by V।
ਸੋ ਮੋਲੈਰਿਟੀ ਕਿੰਨੀ ਹੈ, ਆਪਾਂ ਨੇ ਸੋਲੂਸ਼ਨ ਪ੍ਰਿਪੇਅਰ ਕਰਨਾ ਹੈ 2 ਮੋਲਰ। ਇਹੀ ਕੁਐਸਚਨ ਤੁਹਾਨੂੰ ਥਿਊਰੀ ਚ ਕਿਵੇਂ ਆਊਗਾ, ਕੈਲਕੂਲੇਟ ਦ ਮਾਸ ਆਫ NaOH ਨੀਡਡ ਟੂ ਪ੍ਰਿਪੇਅਰ ਜਿੰਨੇ ਮਰਜ਼ੀ ਲੀਟਰਸ ਆਫ 2 ਮੋਲਰ ਜਾਂ ਕੋਈ ਹੋਰ ਮੋਲਰ NaOH। ਤਾਂ ਕੁਐਸਚਨ ਤਾਂ ਸੇਮ ਹੀ ਹੈ, ਠੀਕ ਹੈ ਨਾ। ਸੋ ਦੇਖੋ 2 WB by MB into 1000 upon 1 ਲੀਟਰ ਨੂੰ ਮੈਂ ਕਿੰਨਾ ਪੁੱਟ ਕਰੂੰਗਾ 1000 ml, ਇਹ ਕੱਟ ਗਿਆ। ਸੋ ਹਾਂਜੀ ਬੱਚੇ MB ਮੋਲਰ ਮਾਸ ਕਿੰਨਾ ਹੈਗਾ NaOH ਦਾ 40, ਕਲੀਅਰ। ਸੋ WB ਦੀ ਵੈਲਿਊ ਮੇਰੇ ਕੋਲ ਆ ਗਈ 80 ਗ੍ਰਾਮਸ। ਡਨ। ਹੁਣ ਆਪਾਂ ਨੇ ਇਹ ਤਾਂ ਕੈਲਕੂਲੇਟ ਕਰ ਲਿਆ, ਦੇਖੋ ਥਿਓਰੇਟਿਕਲੀ ਤਾਂ ਕੁਐਸਚਨ ਪੂਰਾ ਹੋ ਗਿਆ ਕਿ 80 ਗ੍ਰਾਮ NaOH ਲਓ, ਪਾਣੀ ਚ ਮਿਲਾਓ ਤੇ 1 ਲੀਟਰ ਸੋਲੂਸ਼ਨ ਤਿਆਰ ਕਰੋ ਤੇ ਉਹਦੀ ਮੋਲੈਰਿਟੀ ਕਿੰਨੀ ਹੋਏਗੀ 2, ਕਲੀਅਰ। ਹੁਣ ਬੱਚੇ ਗਲਤੀ ਕੀ ਕਰਦੇ ਆ ਉੱਥੇ, ਬੱਚੇ ਕੀ ਕਰਦੇ ਨੇ, ਪਹਿਲਾਂ ਉੱਥੇ 1 ਲੀਟਰ ਪਾਣੀ ਲੈ ਕੇ ਉਹਦੇ ਵਿੱਚ 80 ਗ੍ਰਾਮਸ NaOH ਤੋਲ ਕੇ ਪਾ ਦਿੰਦੇ ਆ, ਤਾਂ ਪ੍ਰੋਬਲਮ ਹੋਗੀ ਨਾ ਬੱਚੇ। ਕੁਐਸਚਨ ਨੂੰ ਸਮਝੋ, 1 ਲੀਟਰ ਪਾਣੀ ਲੈ ਕੇ ਅਗਰ ਤੁਸੀਂ ਉਹਦੇ ਵਿੱਚ 80 ਗ੍ਰਾਮ NaOH ਪਾਓਗੇ ਤਾਂ ਵੋਲਿਊਮ ਤਾਂ 1 ਲੀਟਰ ਤੋਂ ਜ਼ਿਆਦਾ ਹੋ ਜੂਗੀ ਨਾ। ਹੁਣ ਦੇਖੋ 1 ਲੀਟਰ ਪਾਣੀ ਹੈ, ਇਸ ਦੇ ਵਿੱਚ ਮੈਂ ਅਗਰ 80 ਗ੍ਰਾਮਸ NaOH ਪਾਉਂਗਾ ਤਾਂ ਵੋਲਿਊਮ ਵਿਲ ਇਨਕਰੀਜ਼, ਸੋ ਆਪਣਾ ਆਨਸਰ ਗਲਤ ਹੋ ਜਾਊਗਾ। ਟੋਟਲ ਵੋਲਿਊਮ ਆਫ ਦ ਸੋਲੂਸ਼ਨ ਸ਼ੁੱਡ ਬੀ 1 ਲੀਟਰ, ਸੋਲਿਊਟ ਤੇ ਸੋਲਵੈਂਟ ਮਿਲਾ ਕੇ 1 ਲੀਟਰ ਹੋਣਾ ਚਾਹੀਦਾ। ਕੁਐਸਚਨ ਸਮਝ ਆਇਆ। ਸੋ ਇਸ ਨੂੰ ਕਿਵੇਂ ਪ੍ਰਿਪੇਅਰ ਕਰਦੇ ਆ, ਪਹਿਲਾਂ ਆਪਾਂ ਫਰਸਟ ਸਟੈਪ ਚ ਰਫਲੀ 300-400 ml ਪਾਣੀ ਲੈ ਲੈਂਦੇ ਆ, ਵੈਸੇ ਨਾਰਮਲੀ 200 ml ਆਪਾਂ ਲੈਣੇ ਹੁੰਦੇ ਆ, ਚਲੋ ਆਪਾਂ 300-400 ml ਜਿੰਨਾ ਮਰਜ਼ੀ ਰਫਲੀ ਪਾਣੀ ਲੈ ਲਿਆ। then we add second step ਦੇ ਤੌਰ ਤੇ then we add 80 grams NaOH to it। so 80 ਗ੍ਰਾਮ ਪਾਣੀ ਦੇ ਵਿੱਚ 80 ਗ੍ਰਾਮ NaOH ਪਾਣੀ ਦੇ ਵਿੱਚ ਡਿਸੋਲਵ ਹੋ ਗਿਆ। ਹੁਣ ਉਸ ਤੋਂ ਬਾਅਦ ਐਜ਼ ਅ ਥਰਡ ਸਟੈਪ ਆਪਾਂ ਹੋਰ ਪਾਣੀ ਪਾ ਕੇ ਜਿਹੜੀ ਵੋਲਿਊਮ ਹੈ ਉਸ ਨੂੰ 1 ਲੀਟਰ ਬਣਾ ਲਾਂਗੇ। ਗੱਲ ਸਮਝ ਆਈ। ਹੁਣ ਪਾਣੀ ਤੇ NaOH ਮਿਲਾ ਕੇ 1 ਲੀਟਰ ਹੈ। ਸੋ ਦਿਸ ਇਜ਼ ਵਾਟ ਯੂ ਮੀਨ ਬਾय ਹਾਊ ਵਿਲ ਯੂ ਪ੍ਰਿਪੇਅਰ 1 ਲੀਟਰ ਆਫ 2 ਮੋਲਰ NaOH ਸੋਲੂਸ਼ਨ। ठीक है बच्चे। सो दिस इज अबाउट मोलैरिटी, ठीक है। सो अपन ने आज 2 इंपॉर्टेंट कॉन्सेंट्रेशन टर्म्स कवर कर लिया, एक मोल फ्रैक्शन, एक मोलैरिटी, ठीक है। सो बच्चे कल विल कंटिन्यू विद अदर टर्म्स लाइक नॉर्मैलिटी, मोलैलिटी, फॉर्मैलिटी, ठीक है। एंड देन विल हैव टू इंटरकन्वर्ट दीज, मोलैलिटी तो मोल फ्रैक्शन कड्डो, मोलैरिटी तो मोलैलिटी तो नॉर्मैलिटी एंड सो ऑन, ठीक है ना। सो जिवें जिवें मैं करवांदा जा रहा उवें उवें करते जाओ। एंड वंस अगेन आई रिपीट कि दिस टॉपिक इज वेरी इंपॉर्टेंट एंड वेरी इंपॉर्टेंट फॉर +2 आल्सो, ठीक है। सो जो आज अपन ने क्वेश्चन सॉल्व कीते ने इन्हां नूं चंगी तरह रिवाइज कर लेना है एंड अपने नोट्स बना लेने हैं। जो तुहानूं क्वेश्चंस एज अ होमवर्क दिते ने उन्हां नूं भी चंगी तरह सॉल्व कर लेना बच्चे, ठीक है। And tomorrow we'll continue with some other questions of molarity and your next concentration term, that is molality and normality। ते वो दोनों terms करके अपनियां सारियां important terms एक बार complete हो जाएंगियां। फिर उस तो बाद we'll do, वैसे तो मैं सुन नाल ही करवाई जा रहे हैं interconversions, but then फिर अपन एक lecture सारियां interconversions दे ऊपर लगावांगे, ठीक है बच्चे। So keep studying, keep revising and take very good care of your health. Thanks a lot, बच्चे।